कोई आवे संतो हर का जन संतो, मेरा प्रीतम जन संतो मोहे मार्ग दिखलावे। कोई आवे संतो हर का जन संतो, मेरा प्रीतम जन संतो मोहे मार्ग दिखलावे। ਹੁਣ ਅਸੀਂ ਗਿਆਨ ਦੀ ਚੌਥੀ ਅਵਸਥਾ ਦਾ ਜ਼ਿਕਰ ਕਰਦੇ ਹਾਂ। ਇਸ ਤੋਂ ਮਗਰੋਂ ਅਭਿਆਸੀ ਨੂੰ ਗੁਰਬਾਣੀ ਵਿੱਚੋਂ ਇਸ ਤਰ੍ਹਾਂ ਇਸ਼ਾਰੇ ਮਿਲਦੇ ਨੇ। ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਪਾਈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭ੍ਰਮ ਕੀ ਕਾਈ। ਜਾਂ ਫਿਰ ਗੁਰੂ ਅਮਰਦਾਸ ਜੀ ਇਸ ਤਰ੍ਹਾਂ ਆਖਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਮੂਲ ਪਛਾਣੈ ਤਾਂ ਸ਼ਹੁ ਜਾਣੈ, ਮਰਨ ਜੀਵਨ ਕੀ ਸੋਝੀ ਹੋਈ। ਹੁਣ ਅਭਿਆਸੀ ਆਪਣੀ ਖੋਜ ਦਾ ਰੁਖ ਬਦਲ ਲੈਂਦਾ ਹੈ ਅਤੇ ਆਪਣੀ ਸਾਰੀ ਸੁਰਤ ਆਪਣੇ ਆਪ ਉੱਤੇ ਟਿਕਾ ਲੈਂਦਾ ਹੈ ਅਤੇ ਹੁਣ ਆਪਣੇ ਆਪ ਨੂੰ ਵੇਖਣਾ ਤੇ ਪਛਾਨਣਾ ਸ਼ੁਰੂ ਕਰਦਾ ਹੈ। ਇਹ ਅਭਿਆਸ ਦਾ ਦੂਜਾ ਮੋੜ ਹੁੰਦਾ ਹੈ। ਗਿਆਨ ਦੀ ਪਹਿਲੀ ਅਵਸਥਾ ਵਿੱਚ ਅਭਿਆਸੀ ਸੱਚ ਦੀ ਭਾਲ ਬਾਹਰ ਛੱਡ ਕੇ ਆਪਣੇ ਅੰਦਰ ਸ਼ੁਰੂ ਕਰਦਾ ਹੈ। ਉਸ ਨੂੰ ਪ੍ਰੇਰਣਾ ਹੁੰਦੀ ਹੈ, ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਪਰ ਚੌਥੀ ਅਵਸਥਾ ਵਿੱਚ ਅਭਿਆਸੀ ਆਪਣੇ ਅੰਦਰੋਂ ਅੰਦਰ ਨੂੰ ਸਮਝਣਾ ਤੇ ਪਛਾਨਣਾ ਸ਼ੁਰੂ ਕਰਦਾ ਹੈ। ਕੁਝ ਚਿਰ ਮਗਰੋਂ ਉਸ ਨੂੰ ਕੁਝ ਪਤਾ ਲੱਗਦਾ ਹੈ, ਪਰ ਚੰਗੇ ਗਹੁ ਨਾਲ ਵੇਖਿਆ ਉਸ ਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਉਸ ਦਾ ਆਪਣਾ ਆਪਾ, ਜਿਹੜਾ ਕਿ ਪਹਿਲਾਂ ਸਮੁੰਦਰ ਵਿੱਚ ਐਵੇਂ ਇੱਕ ਛੋਟਾ ਜਿਹਾ ਹਿੱਸਾ ਪ੍ਰਤੀਤ ਹੁੰਦਾ ਸੀ, ਅਸਲ ਵਿੱਚ ਇਹ ਬੜੀ ਅਚੰਭੇਜਨਕ ਸ਼ੈ ਹੈ। ਉਹ ਸਾਰੇ ਪਾਸੇ ਰਵੀ ਹੋਈ ਸੂਖਮ ਸ਼ਕਤੀ ਦੀਆਂ ਸਾਰੀਆਂ ਨਿਸ਼ਾਨੀਆਂ ਆਪਣੇ ਆਪ ਵਿੱਚ ਮੌਜੂਦ ਵੇਖਦਾ ਹੈ। ਉਸ ਨੂੰ ਯਕੀਨ ਆ ਜਾਂਦਾ ਹੈ ਕਿ ਜਿਸ ਤਰ੍ਹਾਂ ਪਾਣੀ ਦੀ ਬੂੰਦ ਤੇ ਪਾਣੀ ਦੇ ਸਾਗਰ ਦੀ ਅਸਲੀਅਤ ਇੱਕ ਹੁੰਦੀ ਹੈ, ਉਸੇ ਤਰ੍ਹਾਂ ਉਸ ਦੇ ਆਪਣੇ ਆਪੇ ਤੇ ਦੁਨੀਆ ਵਿੱਚ ਰਵੀ ਹੋਈ ਸੂਖਮ ਸ਼ਕਤੀ ਦੀ ਬੁਨਿਆਦੀ ਅਸਲੀਅਤ ਇੱਕੋ ਹੈ। ਸਾਗਰ ਮੈਂ ਬੂੰਦ, ਬੂੰਦ ਮੈਂ ਹੈ ਸਾਗਰ। ਇਸ ਤੋਂ ਬਾਅਦ ਅਭਿਆਸੀ ਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਉਹ ਸਾਰੇ ਬ੍ਰਹਿਮੰਡ ਨੂੰ ਸੂਖਮ ਰੂਪ ਵਿੱਚ ਆਪਣੇ ਅੰਦਰ ਜਦੋਂ ਚਾਹੇ ਮੌਜੂਦ ਵੇਖ ਸਕਦਾ ਹੈ। ਜੋ ਕੁਝ ਉਸ ਨੂੰ ਅੱਖਾਂ ਖੋਲ੍ਹਿਆਂ ਬਾਹਰ ਪ੍ਰਕਿਰਤੀ ਦੀ ਮਟੀਰੀਅਲ ਦੀ ਦੁਨੀਆ ਵਿੱਚ ਦਿਸਦਾ ਹੈ, ਉਹ ਕੁਝ ਉਹ ਜਦੋਂ ਜੀ ਕਰੇ ਆਪਣੇ ਅੰਦਰ ਵੇਖ ਸਕਦਾ ਹੈ। ਹੁਣ ਇੱਥੇ ਉਹ ਸੱਚਾਈ ਸਮਝ ਆਉਂਦੀ ਹੈ ਜਿਸ ਨੂੰ ਜੋ ਬ੍ਰਹਿਮੰਡੇ ਸੋਈ ਪਿੰਡੇ ਆਖਦੇ ਨੇ। ਚੰਨ, ਸੂਰਜ, ਸਿਤਾਰੇ, ਅਸਮਾਨ, ਧਰਤੀ, ਸਾਰਾ ਸੰਸਾਰ ਉਸ ਦੇ ਅੰਦਰ ਖਿਆਲ ਦੀ ਸ਼ਕਲ ਵਿੱਚ ਮੌਜੂਦ ਹੈ। ਜਿਵੇਂ ਹਨੇਰੀ ਰਾਤ ਸਮੇਂ ਹਵਾ ਦੇ ਰੁਕ ਜਾਣ ਨਾਲ ਸਿਤਾਰਿਆਂ ਦਾ ਪਰਛਾਵਾਂ ਕਿਸੇ ਤਾਲਾਬ ਜਾਂ ਕਿਸੇ ਝੀਲ ਵਿੱਚ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਦੋ ਆਕਾਸ਼ ਨੇ, ਇੱਕ ਸਿਰ ਵਿੱਚ ਤੇ ਇੱਕ ਪੈਰਾਂ ਵਿੱਚ। ਇਸ ਤਰ੍ਹਾਂ ਖਲੋਤੇ ਹੋਏ ਮਨ ਵਿੱਚ ਇਸ ਅਵਸਥਾ ਦਾ ਅਭਿਆਸੀ ਸਾਰੀ ਸ੍ਰਿਸ਼ਟੀ ਦਾ ਪਰਛਾਵਾਂ ਵੇਖਦਾ ਹੈ। ਦੋ ਸੰਸਾਰ ਲੱਗਦੇ ਨੇ, ਇੱਕ ਅੱਖਾਂ ਖੁੱਲਣ ਵਿੱਚ ਤੇ ਇੱਕ ਅੱਖਾਂ ਮੀਟਣ ਤੇ। ਅਭਿਆਸ ਦੇ ਹੋਰ ਪੱਕ ਜਾਣ ਨਾਲ ਅੱਗੇ ਚੱਲ ਕੇ ਅਭਿਆਸੀ ਇਹ ਪ੍ਰਤੀਤ ਕਰਦਾ ਹੈ ਕਿ ਸਾਰਾ ਬ੍ਰਹਿਮੰਡ ਉਸ ਦੇ ਆਪਣੇ ਅੰਦਰ ਹੀ ਹੈ। ਉਹ ਉਸ ਦੇ ਅੰਦਰ ਦੀਆਂ ਦੋ ਤਸਵੀਰਾਂ ਨੇ, ਉਸ ਦੇ ਆਪਣੇ ਖਿਆਲਾਂ ਦਾ ਰੂਪ ਨੇ। ਇੱਥੇ ਪਹੁੰਚ ਕੇ ਅਭਿਆਸੀ ਵਿੱਚ ਬੜੀ ਭਾਰੀ ਤਬਦੀਲੀ ਆਉਂਦੀ। ਉਹ ਹਰ ਚੀਜ਼ ਨੂੰ ਸਮਝਣ ਦੀ ਸੋਚ
ਉਸ ਦੀ ਬਦਲ ਜਾਂਦੀ ਹੈ। ਪਹਿਲਾਂ ਉਹ ਸਾਰੇ ਬ੍ਰਹਿਮੰਡ ਨੂੰ ਸੱਚਾ ਸਮਝਦਾ ਹੈ ਤੇ ਆਪਣੇ ਅੰਦਰ ਸੰਬੰਧੀ ਕੁਝ ਨਹੀਂ ਸੀ ਜਾਣਦਾ, ਪਰ ਹੁਣ ਆਪਣੇ ਅੰਦਰ ਰਚਿਆ ਹੋਇਆ ਬ੍ਰਹਿਮੰਡ ਉਸ ਨੂੰ ਸੱਚ ਪ੍ਰਤੀਤ ਹੁੰਦਾ ਹੈ ਤੇ ਬਾਹਰ ਜੋ ਕੁਝ ਦਿਸਦਾ ਹੈ ਉਹ ਉਸ ਨੂੰ ਅੰਦਰਲੇ ਦਾ ਪਰਛਾਵਾਂ ਹੀ ਸਮਝਦਾ ਹੈ। ਦੁਨੀਆ ਦੀ ਕੋਈ ਹਸਤੀ ਹੈ ਹੀ ਨਹੀਂ। ਇੱਕ ਇਹੋ ਜਿਹਾ ਨਤੀਜਾ ਹੈ ਜਿੱਥੇ ਪਹੁੰਚ ਕੇ ਅਕਲ ਬੜੀ ਚੱਕਰ ਵਿੱਚ ਪੈ ਜਾਂਦੀ ਹੈ ਤੇ ਥੋੜੀ ਦੇਰ ਲਈ ਅਭਿਆਸੀ ਨੂੰ ਬੜੇ ਸ਼ੰਕੇ ਵਿੱਚ ਪਾ ਦਿੰਦੀ ਹੈ। ਉਸ ਦਾ ਜਮੰਦਰੂ ਸੁਭਾਅ, ਉਸ ਦੇ ਬਾਹਰ ਦੇ ਨੇਤਰ, ਉਸ ਦੀ ਅਕਲ ਸਭ ਦ੍ਰਿਸ਼ਟਮਾਨ ਦੁਨੀਆ ਦੀ ਹਸਤੀ ਦਾ ਹੋਣਾ ਸਾਬਤ ਕਰਦੇ ਨੇ। ਪਰ ਜਦੋਂ ਅਭਿਆਸ ਵਿੱਚ ਬੈਠੇ ਤਾਂ ਬਾਹਰ ਦੀ ਸਭ ਰਚਨਾ ਸਿਰਫ ਖਿਆਲ ਹੀ ਖਿਆਲ, ਅੰਦਰਲਾ ਪਰਛਾਵਾਂ ਹੀ ਪਰਛਾਵਾਂ, ਧੋਖਾ, ਫਰੇਬ ਅਤੇ ਅਸਤ ਨਜ਼ਰ ਆਉਂਦਾ ਹੈ। ਅਭਿਆਸੀ ਬੜਾ ਹੈਰਾਨ ਹੁੰਦਾ ਤੇ ਉਸ ਨੂੰ ਇਸ ਕੌਤਕ ਦੀ ਸਮਝ ਨਹੀਂ ਆਉਂਦੀ। ਜੇ ਅੰਦਰ ਯਕੀਨ ਆ ਵੀ ਜਾਵੇ ਤਾਂ ਬਾਹਰੋਂ ਇਸ ਗੱਲ ਦੀ ਗਵਾਹੀ ਤੇ ਪ੍ਰੋੜਤਾ ਨਹੀਂ ਮਿਲਦੀ। ਪਰ ਫਿਰ ਇੱਥੇ ਗੁਰਬਾਣੀ ਬਹੁਤ ਸਹਾਇਤਾ ਕਰਦੀ ਹੈ। ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਇਸ ਦੁਨੀਆ ਨੂੰ ਸੁਪਨਾ, ਮਿਥਿਆ, ਮਾਇਆ ਅਤੇ ਝੂਠ ਕਰਕੇ ਲਿਖਿਆ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਖਦੇ ਨੇ, ਇਹ ਜਗ ਧੂਏ ਕਾ ਪਹਾੜ, ਤੈਂ ਸਾਚਾ ਮਾਨਿਆ ਕੇ ਵਿਚਾਰ। ਜਾਂ ਫਿਰ ਮਾਈ ਮਾਇਆ ਛਲ, ਤ੍ਰਿੜ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਸਤਿਗੁਰੂ ਗੁਰੂ ਅਰਜਨ ਦੇਵ ਜੀ ਟੋਡੀ ਰਾਗ ਵਿੱਚ ਇਸ ਤਰ੍ਹਾਂ ਆਖਦੇ ਨੇ। ਤੇ ਜਾਂ ਫਿਰ ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੇ ਐਸੇ ਬਚਨ ਨੇ, ਪੱਬਾ ਭਰਮ ਮਿਟਾਵੋ ਆਪਣਾ, ਯਹ ਸੰਸਾਰ ਸਗਲ ਹੈ ਸੁਪਨਾ, ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਿਕ ਬ੍ਰਹਮ ਮੇਵਾ, ਭਰਮ ਭਰਮ ਮਾਨੁਖ ਡਹਿ ਕਾਏ, ਦੁੱਤਰ ਮਹਾ ਬਿਖਮ ਇਹ ਮਾਏ। ਗੁਰਮੁਖ ਭ੍ਰਮ ਭੈ ਮੋਹ ਮਿਟਾਇਆ, ਨਾਨਕ ਤਉ ਪਰਮ ਸੁਖ ਪਾਇਆ। ਇੱਥੇ ਪਹੁੰਚ ਕੇ ਮੇਰੀਆਂ ਅਰਦਾਸਾਂ ਦਾ ਫਲ ਇਹ ਨਿਕਲਿਆ ਕਿ ਮੈਨੂੰ ਗੁਰੂ ਜੀ ਨੇ ਆਪ ਅਗਵਾਈ ਬਖਸ਼ ਕੇ ਮੇਰੇ ਸਾਰੇ ਸ਼ੰਕੇ ਦੂਰ ਕਰ ਦਿੱਤੇ। ਕਈ ਕਿਤਾਬਾਂ ਤੇ ਲੇਖ ਕੁਦਰਤ ਵੱਲੋਂ ਮੇਰੇ ਤੱਕ ਪਹੁੰਚਾਏ ਗਏ ਜਿਨ੍ਹਾਂ ਤੋਂ ਮੇਰਾ ਸ਼ੰਕਾ ਨਿਵਰਤ ਹੁੰਦਾ ਗਿਆ ਅਤੇ ਮੇਰੀ ਗੁਰੂ ਨਾਨਕ ਦੇਵ ਦੇ ਚਰਨਾਂ ਵਿੱਚ ਸ਼ਰਧਾ ਹੋਰ ਪੱਕੀ ਹੁੰਦੀ ਗਈ। ਭਾਵੇਂ ਮੈਂ ਹੁਣ ਵੀ ਇਸ ਦੁਨੀਆ ਨੂੰ ਭੁਲੇਖੇ ਵਿੱਚ ਸੱਚ ਸਮਝ ਬੈਠਾ, ਪਰ ਜਦੋਂ ਅਭਿਆਸ ਵਿੱਚ ਬੈਠਾ ਤਾਂ ਇਹ ਭੁਲੇਖਾ ਫੌਰਨ ਦੂਰ ਹੋ ਜਾਂਦਾ ਹੈ। ਭਾਵੇਂ ਮੇਰੀ ਇਹ ਦਸ਼ਾ ਹਾਲਾਂ ਪੱਕੀ ਨਹੀਂ, ਪਰ ਸੰਸਾਰ ਦੇ ਸੁਪਨਾ ਜਾਂ ਖਿਆਲੀ ਹੋਣ ਵਿੱਚ ਜਾਂ ਸੱਚ ਨਾ ਹੋਣ ਵਿੱਚ ਹੁਣ ਕੋਈ ਮੇਰਾ ਸ਼ੰਕਾ ਨਹੀਂ ਰਿਹਾ। ਇਸ ਮਸਲੇ ਸੰਬੰਧੀ ਜਿਸ ਨੇ ਵਧੇਰੇ ਖੋਜ ਕਰਨੀ ਹੋਵੇ ਉਹਨੂੰ ਜਰਮਨੀ ਦੇ ਮਸ਼ਹੂਰ ਫਿਲਾਸਫਰ ਡਾਕਟਰ ਪਾਲ ਡਸਨ ਦੀ ਪ੍ਰਸਿੱਧ ਕਿਤਾਬ ਦੀ ਐਲੀਮੈਂਟਸ ਆਫ ਮੈਟਾਫਿਜ਼ਿਕਸ ਜ਼ਰੂਰ ਪੜ੍ਹਨੀ ਚਾਹੀਦੀ ਹੈ। ਇਸ ਵਿੱਚ ਵਿਦਵਾਨ ਡਾਕਟਰ ਕੈਂਟ ਨੇ ਅਤੇ ਉਸ ਦੇ ਸ਼ਾਗਿਰਦ ਸ਼ੋਪਨਹਾਰ ਉਸ ਦੀਆਂ ਮਸ਼ਹੂਰ ਜਰਮਨ ਫਿਲਾਸਫਰਾਂ ਦੀਆਂ ਇਸ ਸੰਬੰਧ ਵਿੱਚ ਕੀਤੀਆਂ ਖੋਜਾਂ ਦਾ ਜ਼ਿਕਰ ਕਰਦਿਆਂ ਬੜੀਆਂ ਪੱਕੀਆਂ ਤੇ ਅਟੱਲ ਦਲੀਲਾਂ ਦੇ ਕੇ ਸਿੱਧ ਕੀਤਾ ਕਿ ਜਿਹੜਾ ਪ੍ਰਤੱਖ ਦਿਸਦਾ ਸੰਸਾਰ ਸਾਨੂੰ ਨਜ਼ਰ ਆ ਰਿਹਾ ਹੈ, ਇਹ ਸਾਰਾ ਸਾਡੀ ਬੁੱਧੀ ਤੋਂ ਪੈਦਾ ਹੋਇਆ ਹੈ। ਸਾਡੀ ਬੁੱਧੀ ਦੀ ਹਸਤੀ ਨਾਲ ਹੀ ਇਸ ਦੀ ਹਸਤੀ ਕਾਇਮ ਹੈ ਤੇ ਬੁੱਧੀ ਦੇ ਨਾਲ ਹੀ ਖਤਮ ਹੋ ਜਾਂਦੀ ਹੈ। ਇਸ ਦੀ ਅਸਲੀਅਤ ਬਿਲਕੁਲ ਕੁਝ ਵੀ ਨਹੀਂ। ਇਸ ਸਿਧਾਂਤ ਦੇ ਸਮਝਣ ਵਿੱਚ ਇਸ ਤਰ੍ਹਾਂ ਵਰਣਨ ਕੀਤਾ ਜਾ ਸਕਦਾ ਹੈ। ਉਹ ਆਖਦੇ ਨੇ, ਜੋ ਕੁਝ ਵੀ ਸੰਸਾਰ ਵਿੱਚ ਨਜ਼ਰ ਆਉਂਦਾ ਹੈ, ਦੇਸ਼, ਕਾਲ ਅਤੇ ਕਾਰਨ ਦੀ ਹੱਦ ਵਿੱਚ ਹੈ। ਇਸ ਦੇ ਉਲਟ ਅਸਲੀ ਚੀਜ਼ ਭਾਵ ਵਾਹਿਗੁਰੂ ਇਹਨਾਂ ਤਿੰਨਾਂ ਬੁੱਧੀ ਦੀਆਂ ਹਾਲਤਾਂ ਤੋਂ ਮੁਕਤ ਹੈ। ਦੂਸਰੀ ਗੱਲ, ਜਦੋਂ ਮੈਂ ਬਾਹਰ ਵੇਖਣਾ ਤਾਂ ਮੈਂ ਹਰ ਚੀਜ਼ ਦੇਸ਼, ਕਾਲ ਅਤੇ ਕਾਰਨ ਦੇ ਜ਼ਰੀਏ ਵੇਖਣਾ, ਤੇ ਜਦੋਂ ਮੈਂ ਅੰਦਰ ਵੇਖਣਾ ਤਾਂ ਮੈਂ ਉਸ ਨੂੰ ਤੱਕਦਾ ਕਿ ਜੋ
ਦੇਸ਼ ਕਾਲ ਅਤੇ ਕਾਰਨ ਤਿੰਨੇ ਬੁੱਧੀ ਦੀਆਂ ਹਾਲਤਾਂ ਤੋਂ ਪਰੇ ਹੈ ਅਤੇ ਉਸ ਤੋਂ ਪਰੇ ਹੋਰ ਕੁਝ ਵੀ ਨਹੀਂ। ਦੇਸ਼ ਕਾਲ ਅਤੇ ਕਾਰਨ ਇਹ ਨਿੱਗਰ ਸਚਾਈ ਨਹੀਂ, ਕੇਵਲ ਸਾਡੀ ਬੁੱਧੀ ਦੀਆਂ ਆਰਜ਼ੀ ਹਾਲਤਾਂ ਨੇ, ਜਿਨ੍ਹਾਂ ਤੋਂ ਅਵਸ਼ ਨਤੀਜਾ ਇਹ ਨਿਕਲਦਾ ਹੈ ਕਿ ਦੁਨੀਆ ਜਿੱਥੋਂ ਤੱਕ ਜਿਸ ਦੇਸ਼ ਵਿੱਚ ਫੈਲੀ ਹੋਈ ਹੈ, ਕਾਲ ਵਿੱਚੋਂ ਲੰਘ ਰਹੀ ਹੈ ਅਤੇ ਕਾਰਨ ਦੇ ਅਸੂਲ ਨਾਲ ਬੱਝੀ ਹੋਈ ਹੈ, ਉੱਥੋਂ ਤੱਕ ਇਹ ਕੇਵਲ ਮੇਰੀ ਬੁੱਧੀ ਦਾ ਪ੍ਰਭਾਵ ਜਾਂ ਪਰਛਾਵਾਂ ਹੈ, ਹੋਰ ਕੁਝ ਨਹੀਂ। ਮਸ਼ਹੂਰ ਭਾਰਤੀ, ਯੂਨਾਨੀ ਤੇ ਜਰਮਨ ਫਿਲਾਸਫਰ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਸੋਚਣ ਦੇ ਤਰੀਕਿਆਂ ਨਾਲ ਇੱਕੋ ਹੀ ਨਤੀਜੇ ਤੇ ਪਹੁੰਚਦੇ ਰਹੇ ਨੇ ਕਿ ਸੰਸਾਰ ਸਭ ਮਾਇਆ ਹੈ, ਮਿਥਿਆ ਹੈ। ਸ਼ੰਕਰਾਚਾਰੀਆ ਜੀ ਇਹ ਗੱਲ ਆਖਦੇ ਨੇ। ਫਿਰ ਯੂਨਾਨੀ ਫਿਲਾਸਫਰ ਪਲੈਟੋ ਇਹ ਆਖਦਾ ਹੈ ਕਿ ਦੁਨੀਆ ਅਸਲੀਅਤ ਨਹੀਂ ਬਲਕਿ ਪਰਛਾਵਿਆਂ ਦੀ ਰਚੀ ਹੋਈ ਹੈ। ਅਤੇ ਫਿਰ ਕਾਂਟ ਜਰਮਨ ਫਿਲਾਸਫਰ ਇਹ ਗੱਲ ਆਖਦੇ ਨੇ, ਇਹ ਦੁਨੀਆ ਕੇਵਲ ਰੰਗ ਰੂਪ ਹੈ, ਅਸਲੀਅਤ ਨਹੀਂ। ਪੁਰਾਤਨ ਗ੍ਰੰਥਾਂ ਵਿੱਚ ਵੀ ਇਸ ਤਰ੍ਹਾਂ ਲਿਖਿਆ ਮਿਲਦਾ ਹੈ ਕਿ ਸ਼੍ਰੀ ਰਾਮਚੰਦਰ ਜੀ ਨੂੰ ਉਹਨਾਂ ਦੇ ਗੁਰੂ ਵਸ਼ਿਸ਼ਠ ਮੁਨੀ ਨੇ ਉਪਦੇਸ਼ ਕਰਦਿਆਂ ਆਖਿਆ ਸੀ, ਇਹ ਜਗਤ ਜਿਹੜਾ ਦਿਸਦਾ ਹੈ ਅਸਲ ਵਿੱਚ ਕੁਝ ਉਤਪੰਨ ਨਹੀਂ ਹੋਇਆ, ਅਵਿਚਾਰ ਕਰਕੇ ਭਾਸਦਾ ਹੈ ਤੇ ਵਿਚਾਰ ਕਰਨ ਨਾਲ ਨਿਵਰਤ ਹੋ ਜਾਂਦਾ ਹੈ। ਜਿਵੇਂ ਹਨੇਰੇ ਵਿੱਚ ਰੱਸੀ ਹੀ ਸੱਪ ਲੱਗਦੀ ਹੈ, ਸੋ ਭਰਮ ਹੈ। ਜਦੋਂ ਰੌਸ਼ਨੀ ਵਿੱਚ ਦੇਖੀਏ ਤਾਂ ਰੱਸੀ ਵਿੱਚੋਂ ਜਿਹੜਾ ਸੱਪ ਵਾਲਾ ਡਰ ਹੈ ਨਾ, ਉਹ ਦੂਰ ਹੋ ਜਾਂਦਾ ਹੈ। ਇਸੇ ਤਰ੍ਹਾਂ ਅਵਿਚਾਰ ਜਾਂ ਅਗਿਆਨ ਕਰਕੇ ਇਹ ਜਗਤ ਲੱਗਦਾ ਜ਼ਰੂਰ ਹੈ, ਪਰ ਵਿਚਾਰ ਕਰਨ ਨਾਲ ਇਹ ਜਗਤ ਖਤਮ ਹੋ ਜਾਂਦਾ ਹੈ।